ਆਓ ਆਪਾਂ ਓਪਟੀਕਲ ਸਿਸਟਮ ਵਿੱਚ ਵੇਵਜ਼ ਦੀ ਆਪਣੀ ਖੋਜ ਨੂੰ ਜਾਰੀ ਰੱਖੀਏ। ਅਸੀਂ 10ਵੇਂ ਹਫ਼ਤੇ ਵਿੱਚ ਹਾਂ ਅਤੇ ਇਹ ਇਸ ਵਿਸ਼ੇ ਬਾਰੇ ਚੌਥਾ ਲੈਕਚਰ ਹੈ। ਅੱਜ ਦੇ ਲੈਕਚਰ ਵਿੱਚ ਵੀ ਅਸੀਂ ਕਿਰਨਾਂ ਰਾਹੀਂ ਵੇਵਜ਼ ਨੂੰ ਦਰਸਾਉਣ ਦੇ ਯੋਗ ਹੋਣ ਦੀ ਸੀਮਾ ਤੇ ਬਣੇ ਰਹਾਂਗੇ ਅਤੇ ਨਾਲ ਹੀ ਅਸੀਂ ਪੈਰਾਕਸੀਅਲ ਅਪਰੋਕਸੀਮੇਸ਼ਨ ਬਾਰੇ ਵੀ ਚਰਚਾ ਕਰਾਂਗੇ। ਜਦੋਂ ਤੱਕ ਕਿਸੇ ਦਿੱਤੇ ਗਏ ਮਾਧਿਅਮ ਦੇ ਅੰਦਰ ਕਿਰਨ ਦੇ ਰਿਫਰੈਕਟ ਹੋਣ ਦਾ ਕੋਈ ਕਾਰਨ ਨਾ ਹੋਵੇ, ਜਿੱਥੇ ਰਿਫਰੈਕਟਿਵ ਇੰਡੈਕਸ ਕੌਨਸਟੈਂਟ ਹੁੰਦਾ ਹੈ, ਕਿਰਨ ਬੇਸਿਕਲੀ ਇੱਕ ਸਟਰੇਟ ਲਾਈਨ ਦਾ ਪਤਾ ਲਗਾਉਂਦੀ ਹੈ। ਇਸ ਲਈ ਜਿਸ ਦਾ ਮਤਲਬ ਇਹ ਹੈ ਕਿ ਮੈਨੂੰ ਸਟਰੇਟ ਲਾਈਨ ਤੋਂ ਡੇਵੀਏਟ ਹੋਣ ਵਾਲੀ ਕਿਰਨ ਬਾਰੇ ਸੋਚਣ ਦੀ ਲੋੜ ਹੈ ਕੇਵਲ ਉਹਨਾਂ ਪੁਆਇੰਟਸ ਤੇ ਜਿੱਥੇ ਰਿਫਰੈਕਸ਼ਨ ਹੁੰਦਾ ਹੈ, ਤਾਂ ਮੈਂ ਇਸ ਨੂੰ ਮੈਪ ਕਰ ਸਕਦਾ ਹਾਂ ਅਤੇ ਮੈਟ੍ਰਿਕਸ ਮੈਥਡ ਦੀ ਵਰਤੋਂ ਕਰਕੇ ਇਸ ਸਾਰੀ ਪ੍ਰੋਬਲਮ ਨੂੰ ਬਿਹਤਰ ਤਰੀਕੇ ਨਾਲ ਦੁਬਾਰਾ ਲਿਖਦਾ ਹਾਂ ਸਕਾਂ, ਜੋ ਅਸੀਂ ਅੱਜ ਦੇ ਲੈਕਚਰ ਵਿੱਚ ਕਰਨ ਜਾ ਰਹੇ ਹਾਂ। ਇਸ ਲਈ ਮੈਂ ਹੇਠਾਂ ਲਿਖੇ ਨੂੰ ਬਹੁਤ ਸੰਖੇਪ ਵਿੱਚ ਪੇਸ਼ ਕਰਨ ਜਾ ਰਿਹਾ ਹਾਂ ਕਿ ਇੱਕ ਮੈਟ੍ਰਿਕਸ ਮੈਥਡ ਕਿਵੇਂ ਕੰਮ ਕਰੇਗਾ, ਇਸ ਅਰਥ ਵਿੱਚ ਕਿ ਮੈਟ੍ਰਿਸਿਜ਼ ਕੀ ਹਨ ਆਦਿ। ਫਿਰ ਮੈਟ੍ਰਿਸਿਜ਼ ਇੱਕ ਬਹੁਤ ਹੀ ਰੋਚਕ ਮੈਥੇਮੈਟੀਕਲ ਆਬਜੈਕਟ ਹੈ। ਜੇਕਰ ਤੁਸੀਂ ਇਸ ਬਾਰੇ ਵਧੇਰੇ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹੋ ਕਿ ਇਹ ਕੀ ਹੈ ਅਤੇ ਤੁਹਾਨੂੰ ਇਸ ਬਾਰੇ ਕੁਝ ਨਹੀਂ ਪਤਾ, ਤਾਂ ਸਟੈਂਡਰਡ ਲੀਨੀਅਰ ਅਲਜੇਬਰਾ ਟੈਕਸਟ ਬੁੱਕ ਜਾਂ ਸਟੈਂਡਰਡ ਮੈਥੇਮੈਟੀਕਲ ਫਿਜ਼ਿਕਸ ਦੀਆਂ ਕਿਤਾਬਾਂ ਵਿੱਚ ਮੈਟ੍ਰਿਸਿਜ਼ ਬਾਰੇ ਚੈਪਟਰ ਦੇਖਣਾ ਬਿਹਤਰ ਹੋਵੇਗਾ। ਇਸ ਲਈ ਅਸੀਂ ਅੱਜ ਦੇ ਲੈਕਚਰ ਵਿੱਚ ਮੈਟ੍ਰਿਸਿਜ਼ ਦੀ ਵਰਤੋਂ ਕਰਨ ਜਾ ਰਹੇ ਹਾਂ ਅਤੇ ਜਿਵੇਂ-ਜਿਵੇਂ ਮੈਂ ਅੱਗੇ ਵਧਦਾ ਹਾਂ, ਮੈਂ ਤੁਹਾਨੂੰ ਇਹ ਵੀ ਯਾਦ ਦਿਵਾਉਂਦਾ ਹਾਂ ਕਿ ਇੱਕ ਵਾਰ ਫਿਰ ਤੋਂ ਸਾਈਨ ਕਨਵੈਨਸ਼ਨ O ਤੋਂ ਪੋਜ਼ਿਟਿਵ ਸਾਈਡ ਡਿਸਟੈਂਸ ਲਈ ਪਲੱਸ ਹੋਣ ਜਾ ਰਿਹਾ ਹੈ। ਇਸੇ ਤਰ੍ਹਾਂ ਨੈਗੇਟਿਵ ਸਾਈਡ ਡਿਸਟੈਂਸ ਲਈ ਮਾਈਨਸ ਹੋਣ ਜਾ ਰਹੇ ਹਨ ਅਤੇ ਮੈਂ ਇੱਥੇ ਐਂਗਲ ਲਈ ਕਨਵੈਨਸ਼ਨ ਦਾ ਵੀ ਸੰਕੇਤ ਦਿੱਤਾ ਹੈ। ਇੱਥੇ ਐਂਗਲਸ ਆਪਣੇ ਟੈਂਜੈਂਟਸ ਦਾ ਸਾਈਨ ਲੈਂਦੇ ਹਨ। ਇਸ ਨਾਲ ਮੈਂ ਓਪਟਿਕਸ ਫਿਜ਼ਿਕਸ ਇਸ ਸਭ ਤੋਂ ਵਾਪਸ ਪਿੱਛੇ ਜਾਂਦਾ ਹਾਂ ਅਤੇ ਬਸ ਮੈਟ੍ਰਿਕਸ ਦਾ ਆਈਡੀਆ ਦੱਸਦਾ ਹਾਂ। ਇਸ ਲਈ ਮੈਂ ਇੱਥੇ ਇੱਕ ਬਹੁਤ ਹੀ ਸੀਮਿਤ ਕੰਮ ਕਰਨ ਜਾ ਰਿਹਾ ਹਾਂ, ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰਨ ਦੇ ਅਰਥ ਵਿੱਚ ਕਿ ਕਿਵੇਂ ਮੈਟ੍ਰਿਕਸ ਇੱਕ ਟਰਾਂਸਫੋਰਮੇਸ਼ਨ ਨੂੰ ਦਰਸਾਉਣ ਦਾ ਥੋੜਾ ਹੋਰ ਬਿਹਤਰ ਤਰੀਕਾ ਹੈ। ਇੱਕ ਵਾਰ ਫਿਰ ਮੈਟ੍ਰਿਕਸ ਕਈ ਹੋਰ ਸੰਦਰਭਾਂ ਵਿੱਚ ਵੀ ਬਹੁਤ ਉਪਯੋਗੀ ਹੈ। ਇਹ ਇੱਕੋ ਇੱਕ ਜਗ੍ਹਾ ਨਹੀਂ ਹੈ ਜਿੱਥੇ ਇਹ ਉਪਯੋਗੀ ਹੈ, ਇਹ ਅਸਲ ਵਿੱਚ ਕੁਝ ਕਿਸਮਾਂ ਦੀਆਂ ਚੀਜ਼ਾਂ ਨੂੰ ਵੇਖਣ ਦਾ ਇੱਕ ਬਿਹਤਰ ਤਰੀਕਾ ਹੈ। ਪਰ ਫਿਰ ਵੀ ਸਾਡੇ ਉਦੇਸ਼ਾਂ ਲਈ ਅਸੀਂ ਇਸ ਨੂੰ ਇੱਕ ਟਰਾਂਸਫੋਰਮੇਸ਼ਨ ਦੇ ਰੂਪ ਵਿੱਚ ਦੇਖਦੇ ਹਾਂ। ਇੱਥੇ ਮੈਂ ਤੁਹਾਡੇ ਲਈ ਦੋ ਇਕੁਏਸ਼ਨ ਲਿਖੀਆਂ ਹਨ। ਇਸ ਲਈ ਜੇ ਤੁਸੀਂ ਇਸ ਨੂੰ ਦੇਖਦੇ ਹੋ ਤਾਂ ਇਹ ਦੋ ਅਨਨੋਨਸ ਦੇ ਨਾਲ ਦੋ ਇਕੁਏਸ਼ਨ ਦੀ ਤਰ੍ਹਾਂ ਦਿਖਾਈ ਦੇਵੇਗਾ। ਇਸ ਲਈ ਜੇ ਤੁਸੀਂ y1 ਅਤੇ y2 ਨੂੰ ਅਨਨੋਨਸ ਵਜੋਂ ਮੰਨਦੇ ਹੋ ਅਤੇ a11, a12, a21 ਅਤੇ a22 ਕੁਝ ਸੰਖਿਆਵਾਂ ਹਨ, ਤਾਂ ਇਹ ਬਿਲਕੁਲ ਕੁਝ ਵੀ ਨਹੀਂ ਹੈ, ਪਰ ਇੱਥੇ ਮੈਂ ਮੈਟ੍ਰਿਕਸ ਫਾਰਮ ਵਿੱਚ ਉਹੀ ਇਕੁਏਸ਼ਨ ਲਿਖੀ ਹੈ ਅਤੇ ਜੇਕਰ ਮੈਂ ਇਸ ਤਰ੍ਹਾਂ ਨਾਮ ਦਿੰਦਾ ਹਾਂ, ਮੈਨੂੰ ਇਸ ਨੂੰ ਕੈਪੀਟਲ X, ਇਸ ਵੈਕਟਰ ਨੂੰ x1, x2 ਅਤੇ ਮੈਂ ਇਸ ਮੈਟ੍ਰਿਕਸ ਨੂੰ ਕੈਪੀਟਲ A ਅਤੇ ਇਸ ਵੈਕਟਰ ਨੂੰ ਕੈਪੀਟਲ Y ਨਾਮ ਦਿੰਦਾ ਹਾਂ। ਫਿਰ ਬਹੁਤ ਹੀ ਕੰਪੈਕਟ ਮੈਟ੍ਰਿਕਸ ਨੋਟੇਸ਼ਨ ਵਿੱਚ ਲਿਖੀ ਅਨੁਸਾਰੀ ਇਕੁਏਸ਼ਨ ਹੋਵੇਗੀ। ਇਸ ਲਈ ਇਹ ਮੰਨ ਕੇ ਚੱਲਦਾ ਹੈ ਕਿ ਅਸੀਂ ਜਾਣਦੇ ਹਾਂ ਕਿ ਮੈਟ੍ਰਿਕਸ ਨੂੰ ਵੈਕਟਰ ਨਾਲ ਜਾਂ ਮੈਟ੍ਰਿਕਸ ਨੂੰ ਮੈਟ੍ਰਿਕਸ ਨਾਲ ਕਿਵੇਂ ਮਲਟੀਪਲਾਈ ਕਰਨਾ ਹੈ। ਇਸ ਲਈ ਇੱਥੇ ਰਾਈਟ ਹੈਂਡ ਸਾਈਡ ਜੋ ਕੁਝ ਵੀ ਸ਼ਾਮਿਲ ਹੈ ਉਹ ਇੱਕ ਵੈਕਟਰ ਦਾ ਮੈਟ੍ਰਿਕਸ ਨਾਲ ਮਲਟੀਪਲੀਕੇਸ਼ਨ ਹੈ। ਇਸ ਲਈ y1, y2 ਇੱਕ ਕਾਲਮ ਵੈਕਟਰ ਹੈ ਅਤੇ ਮੇਰੇ ਕੋਲ ਇਹ ਮੈਟ੍ਰਿਕਸ A ਹੈ ਜੋ ਕਿ a11, a12, a21, a22 ਅਤੇ ਇਸ ਮੈਟ੍ਰਿਕਸ A ਅਤੇ ਇਸ ਵੈਕਟਰ y ਦਾ ਇਹ ਪ੍ਰੋਡਕਟ ਕੁਝ ਨਹੀਂ ਪਰ ਜੋ ਇੱਥੇ ਹੈ। ਆਓ ਮੈਂ ਕਿਸੇ ਹੋਰ ਵੇਰੀਏਬਲ ਦੇ ਸੰਦਰਭ ਵਿੱਚ y1 ਅਤੇ y2 ਨੂੰ ਵੀ ਲਿਖਦਾ ਹਾਂ। ਮੰਨ ਲਓ ਕਿ z1 ਅਤੇ z2। ਹੁਣ ਮੇਰੇ ਕੋਲ y1 ਅਤੇ y2 ਦੋ ਇਕੁਏਸ਼ਨ ਦੇ ਸੈੱਟ ਹਨ ਜੋ z1 ਅਤੇ z2 ਦੇ ਰੂਪ ਵਿੱਚ ਲਿਖੇ ਹਨ, ਪਰ ਹੁਣ ਮੈਂ ਇਸ ਨੂੰ ਇੱਕ ਮੈਟ੍ਰਿਕਸ ਇਕੁਏਸ਼ਨ ਦੇ ਰੂਪ ਵਿੱਚ ਵੀ ਲਿਖਦਾ ਹਾਂ। ਇਸ ਲਈ ਦੋ ਇਕੁਏਸ਼ਨ ਦਾ ਉਹੋ ਜਿਹਾ ਸੈੱਟ ਹੁਣ ਮੈਂ ਮੈਟ੍ਰਿਕਸ ਫਾਰਮ ਵਿੱਚ ਲਿਖਿਆ ਹੈ। ਦੁਬਾਰਾ ਮੈਂ ਇਸ ਨੂੰ ਇੱਕ ਕੰਪੈਕਟ ਨੋਟੇਸ਼ਨ ਵਿੱਚ ਲਿਖਦਾ ਹਾਂ, y ਕੈਪੀਟਲ B ਟਾਈਮਸ z ਹੈ। ਹੁਣ ਮੈਂ ਇੱਥੋਂ y ਲਈ ਸਬਸਟੀਟਿਊਟ ਕਰ ਸਕਦਾ ਹਾਂ
ਤਾਂ x ਨੂੰ ਹੇਠ ਲਿਖੇ ਤਰੀਕੇ ਨਾਲ z ਨਾਲ ਸਿੱਧਾ ਸੰਬੰਧਿਤ ਕੀਤਾ ਜਾ ਸਕਦਾ ਹੈ। x ਇਸ ਤਰ੍ਹਾਂ ਹੋਵੇਗਾ। ਇੱਥੇ ਜਦੋਂ ਮੈਂ a into b ਲਿਖਦਾ ਹਾਂ, ਤਾਂ ਮੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਹਨਾਂ ਦੋਨੋਂ ਮੈਟ੍ਰਿਸਿਜ਼ ਨੂੰ ਕਿਵੇਂ ਮਲਟੀਪਲਾਈ ਕਰਨਾ ਹੈ। ਇਸ ਲਈ ਇੱਥੇ ਮੈਂ ਦੋ ਮੈਟ੍ਰਿਸਿਜ਼ ਕੈਪੀਟਲ A ਅਤੇ ਕੈਪੀਟਲ B ਦੇ ਪ੍ਰੋਡਕਟ ਨੂੰ ਲਿਖਿਆ ਹੈ। ਮੈਟ੍ਰਿਕਸ ਮੈਥਡ ਦੀ ਵਰਤੋਂ ਕਰਕੇ ਕਿਰਨਾਂ ਨੂੰ ਦੇਖਣ ਦਾ ਆਧਾਰ ਅਸਲ ਵਿੱਚ ਇਸ ਡਾਇਗਰਾਮ ਵਿੱਚ ਦਿਖਾਇਆ ਗਿਆ ਹੈ ਕਿ ਮੈਂ ਹੁਣੇ ਡਰਾ ਕੀਤਾ ਹੈ P ਅਤੇ Q ਦੇ ਵਿਚਕਾਰ ਦੀ ਕਿਰਨ ਨੂੰ, ਜਾਂ ਥੋੜਾ ਹੋਰ ਅੱਗੇ ਵੀ, ਕੁਆਂਟੀਟੀ x1 alpha 1 ਦੁਆਰਾ ਦਰਸਾਇਆ ਜਾ ਸਕਦਾ ਹੈ। ਇਸ ਲਈ x1 ਐਕਸਿਸ ਤੋਂ ਉਸ ਪੁਆਇੰਟ ਦੀ ਉਚਾਈ ਹੈ, ਤੁਹਾਡੇ ਓਪਟੀਕਲ ਸਿਸਟਮ ਦੀ ਐਕਸਿਸ, ਅਤੇ alpha 1 ਦਰਅਸਲ ਉਹ ਐਂਗਲ ਹੈ ਜੋ ਇਹ ਹੋਰੀਜ਼ੋਨਟਲ ਨਾਲ ਬਣਾਉਂਦਾ ਹੈ। Q ਤੇ ਤੁਸੀਂ ਉਹਨਾਂ ਨੂੰ ਇਸੇ ਕਾਰਨ ਲਈ ਪੇਅਰ x2 alpha 2 ਨਾਲ ਦਰਸਾ ਸਕਦੇ ਹੋ। ਇਹ ਕਹਿਣ ਦੇ ਬਰਾਬਰ ਹੈ ਕਿ ਸਟ੍ਰੇਟ ਲਾਈਨ ਨੂੰ ਕੇਵਲ ਦੋ ਸੰਖਿਆਵਾਂ ਦੁਆਰਾ ਦਰਸਾਇਆ ਜਾ ਸਕਦਾ ਹੈ, ਇੱਕ ਇੰਟਰਸੈਪਟ ਅਤੇ ਦੂਜਾ ਸਲੋਪ ਹੈ। ਇਸ ਲਈ ਹਰ ਵਾਰ ਜਦੋਂ ਵੀ ਕੋਈ ਰਿਫਰੈਕਸ਼ਨ ਹੁੰਦਾ ਹੈ, ਤਾਂ ਤੁਹਾਨੂੰ ਰੇ ਦਾ ਵਰਣਨ ਕਰਨ ਲਈ ਅਜਿਹੀਆਂ ਸੰਖਿਆਵਾਂ ਦੇ ਪੇਅਰ ਦੇ ਨਵੇਂ ਸੈੱਟ ਦੀ ਲੋੜ ਹੁੰਦੀ ਹੈ। ਅਸੀਂ x1 alpha 1 ਦੇ ਇੱਕ ਸੈੱਟ ਨੂੰ ਸੰਖਿਆਵਾਂ ਦੇ ਕਿਸੇ ਹੋਰ ਪੇਅਰ ਦੇ ਦੂਜੇ ਸੈੱਟ ਨਾਲ ਜੋੜ ਰਹੇ ਹਾਂ ਜਦੋਂ ਵੀ ਕੋਈ ਰਿਫਰੈਕਸ਼ਨ ਹੋ ਰਿਹਾ ਹੁੰਦਾ ਹੈ। ਇਸ ਲਈ ਜਿਵੇਂ ਕਿ ਅਸੀਂ ਮੈਟ੍ਰਿਸਿਜ਼ ਦੇ ਮਾਮਲੇ ਵਿੱਚ ਥੋੜਾ ਸਮਾਂ ਪਹਿਲਾਂ ਕੀਤਾ ਸੀ, ਤਾਂ ਮੇਰੇ ਕੋਲ x ਦਾ ਇੱਕ ਸੈੱਟ y ਨਾਲ ਸੰਬੰਧਿਤ ਸੀ ਜੋ ਕਿ x1 x2 y1 y2 ਨਾਲ ਸੰਬੰਧਿਤ ਹੈ, ਅਤੇ ਫਿਰ ਮੇਰੇ ਕੋਲ y1 y2 z1 z2 ਨਾਲ ਸੰਬੰਧਿਤ ਹੈ। ਇਸ ਲਈ ਇਸ ਮਾਮਲੇ ਵਿੱਚ ਮੈਂ x2 ਅਤੇ z ਨੂੰ ਸਿੱਧੇ ਤੌਰ ਤੇ ਰਿਲੇਟ ਕਰ ਸਕਦਾ ਹਾਂ। ਤੁਸੀਂ ਆਮ ਤੌਰ ਤੇ ਕਿਰਨਾਂ ਵਿੱਚ ਅਜਿਹੀਆਂ ਤਬਦੀਲੀਆਂ ਦੇਖ ਸਕਦੇ ਹੋ, ਕਿਉਂਕਿ ਕੇਵਲ ਦੋ ਚੀਜ਼ਾਂ ਹਨ। ਇੱਕ ਟਰਾਂਸਲੇਸ਼ਨ ਹੈ ਕਿ ਕਿਰਨ ਪੁਆਇੰਟ A ਤੋਂ ਪੁਆਇੰਟ B ਤੱਕ ਜਾਂਦੀ ਹੈ। ਇਹ ਟਰਾਂਸਲੇਸ਼ਨ ਹੈ। ਇਸ ਵਿੱਚ ਕੋਈ ਰਿਫਰੈਕਸ਼ਨ ਸ਼ਾਮਿਲ ਨਹੀਂ ਹੈ ਕਿਉਂਕਿ ਅਸੀਂ ਇਹ ਮੰਨ ਲਿਆ ਹੈ ਕਿ ਇਹ ਹੋਮੋਜੀਨੀਅਸ ਮੀਡੀਅਮ ਵਿੱਚ ਹੈ, ਪਰ ਸਿਧਾਂਤਕ ਤੌਰ ਤੇ ਤੁਸੀਂ ਰਿਫਰੈਕਸ਼ਨ ਕਰ ਸਕਦੇ ਹੋ। ਅਤੇ ਨਾਲ ਹੀ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਟਰਾਂਸਲੇਸ਼ਨ ਨੂੰ ਕਿਵੇਂ ਦਰਸਾਉਣਾ ਹੈ। ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਰਿਫਰੈਕਸ਼ਨ ਨੂੰ ਕਿਵੇਂ ਦਰਸਾਉਣਾ ਹੈ, ਅਤੇ ਜੇ ਇਹ ਸਭ ਮੈਟ੍ਰਿਕਸ ਲੈਂਗਵੇਜ ਦੀ ਚੰਗੀ ਤਰ੍ਹਾਂ ਅਤੇ ਵਧੀਆ ਵਰਤੋਂ ਕਰਕੇ ਕੀਤਾ ਜਾ ਸਕਦਾ ਹੈ, ਤਾਂ ਅਸੀਂ ਮੈਟ੍ਰਿਸਿਜ਼ ਦੇ ਫਰੇਮਵਰਕ ਦੇ ਅੰਦਰ ਇਸ ਸਭ ਨੂੰ ਬਹੁਤ ਹੀ ਵਧੀਆ ਢੰਗ ਨਾਲ ਸੰਭਾਲ ਸਕਦੇ ਹਾਂ। ਟਰਾਂਸਲੇਸ਼ਨ ਲਈ ਮੈਟ੍ਰਿਕਸ ਫਾਰਮ ਪ੍ਰਾਪਤ ਕਰਨ ਲਈ ਮੈਂ ਇਸ ਚਿੱਤਰ ਨੂੰ ਦੁਬਾਰਾ ਦੇਖਦਾ ਹਾਂ ਅਤੇ ਇਸ ਡਿਸਟੈਂਸ ਨੂੰ ਕੈਪੀਟਲ D ਦੁਆਰਾ ਦਰਸਾਉਂਦਾ ਹਾਂ, ਤਾਂ ਮੰਨ ਲਓ ਕਿ ਮੇਰੀ ਕਿਰਨ ਪੁਆਇੰਟ P ਤੋਂ ਪੁਆਇੰਟ Q ਤੱਕ ਜਾਂਦੀ ਹੈ ਅਤੇ ਡਿਸਟੈਂਸ ਜਾਂ ਹੋਰੀਜ਼ੋਨਟਲ ਡਿਸਟੈਂਸ ਜੋ ਇਹ ਤੈਅ ਕਰਦੀ ਹੈ ਉਹ D ਹੈ, ਅਤੇ ਇੱਕ ਵਰਟੀਕਲ ਡਿਸਟੈਂਸ ਹੈ ਜਿਸ ਨੂੰ ਇਸਨੇ ਪਾਰ ਕੀਤਾ ਹੈ ਜੋ ਕਿ x2 x1 ਹੈ। ਅਤੇ ਆਮ ਤੌਰ ਤੇ ਅਸੀਂ ਇਹਨਾਂ ਦੋਵਾਂ ਐਂਗਲ ਨੂੰ ਡਿਫਰੈਂਟ alpha 1 ਅਤੇ alpha 2 ਮੰਨਿਆ ਹੈ, ਪਰ ਜੇਕਰ ਮੀਡੀਅਮ ਹੋਮੋਜੀਨੀਅਸ ਹੈ ਤਾਂ ਅਸੀਂ ਜਾਣਦੇ ਹਾਂ ਕਿ alpha 1 alpha 2 ਹੋਣਾ ਚਾਹੀਦਾ ਹੈ। ਤਾਂ ਜਿਵੇਂ ਕਿ ਮੈਂ ਕਿਹਾ ਹੈ ਕਿ ਇੱਕ ਹੋਮੋਜੀਨੀਅਸ ਮੀਡੀਅਮ ਵਿੱਚ alpha 1 alpha 2 ਹੈ। ਹੁਣ ਚਿੱਤਰ ਦੀ ਜਿਓਮੈਟਰੀ ਤੋਂ ਮੈਂ x2 ਲਈ x1 ਦੇ ਰੂਪ ਵਿੱਚ ਐਕਸਪ੍ਰੈਸ਼ਨ ਲਿਖ ਸਕਦਾ ਹਾਂ, ਅਤੇ ਜੇਕਰ ਅਸੀਂ ਪੈਰਾਕਸੀਅਲ ਅਪਰੋਕਸੀਮੇਸ਼ਨ ਤੇ ਬਣੇ ਰਹਿੰਦੇ ਹਾਂ ਤਾਂ ਇਹ ਕੇਵਲ ਇੱਕ ਵੇਰੀਏਬਲ ਲੈਂਬਡਾ 1 ਨੂੰ ਪੇਸ਼ ਕਰੇਗਾ ਜੋ ਕਿ μ1 ਟਾਈਮਸ ਲੈਂਬਡਾ 1 ਅਤੇ ਲੈਂਬਡਾ 2 ਹੈ, μ2 ਟਾਈਮਸ ਲੈਂਬਡਾ 2। ਆਓ ਮੈਂ ਇੱਕ ਵੇਰੀਏਬਲ ਲੈਂਬਡਾ 1 ਨੂੰ ਪੇਸ਼ ਕਰਦਾ ਹਾਂ ਜੋ ਇਕੁਅਲ ਟੂ μ1 ਟਾਈਮਸ alpha 1 ਹੋਵੇਗਾ, ਅਤੇ ਇੱਕ ਹੋਰ ਵੇਰੀਏਬਲ ਲੈਂਬਡਾ 2 ਜੋ ਕਿ ਇਕੁਅਲ ਟੂ μ2 ਟਾਈਮਸ alpha 2 ਹੋਵੇਗਾ। ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਅਸੀਂ ਹੋਮੋਜੀਨੀਅਸ ਮੀਡੀਅਮ ਨਾਲ ਕੰਮ ਕਰ ਰਹੇ ਹਾਂ ਜਿਸ ਕੇਸ ਵਿੱਚ μ1 μ2 ਹੈ, alpha 1 alpha 2 ਹੈ, ਅਤੇ ਇਸ ਲਈ ਲੈਂਬਡਾ 1 ਲੈਂਬਡਾ 2 ਹੋਵੇਗਾ। ਅਤੇ ਮੈਂ x2 ਲਈ ਐਕਸਪ੍ਰੈਸ਼ਨ ਵੀ ਲਿਖਦਾ ਹਾਂ ਜੋ ਕਿ x1 ਪਲੱਸ D ਟਾਈਮਸ alpha 1 ਹੋਵੇਗਾ। ਹੁਣ ਜੇਕਰ ਤੁਸੀਂ ਵੇਖਦੇ ਹੋ ਕਿ ਇਸ ਇਕੁਏਸ਼ਨ ਦੇ ਲੈਫਟ ਹੈਂਡ ਸਾਈਡ x2 ਅਤੇ ਲੈਂਬਡਾ 2 ਹੈ ਜੋ ਕਿ ਦੂਜੇ ਪੁਆਇੰਟ Q ਨਾਲ ਸੰਬੰਧਿਤ ਹੈ, ਅਤੇ ਰਾਈਟ ਹੈਂਡ ਸਾਈਡ ਸਭ ਕੁਝ ਪਹਿਲੇ ਪੁਆਇੰਟ P ਨਾਲ ਸੰਬੰਧਿਤ ਹੈ ਜੋ ਕਿ x1 alpha 1 ਅਤੇ ਲੈਂਬਡਾ 1 ਹੈ। ਇਸ ਲਈ ਜ਼ਰੂਰੀ ਤੌਰ ਤੇ ਮੈਂ ਮੈਟ੍ਰਿਕਸ ਨੋਟੇਸ਼ਨ ਵਿੱਚ ਇਸ ਨੂੰ ਲਿਖਣ ਤੋਂ ਪਹਿਲਾਂ ਪਹਿਲੇ ਪੁਆਇੰਟ ਦੇ ਪੈਰਾਮੀਟਰਾਂ ਦੇ ਸੰਦਰਭ ਵਿੱਚ ਦੂਜੇ ਪੁਆਇੰਟ Q ਬਾਰੇ ਜਾਣਕਾਰੀ ਲਿਖੀ ਹੈ। ਮੈਨੂੰ ਇੱਥੇ ਵੀ ਇੱਕ ਤਬਦੀਲੀ ਕਰਨ ਦਿਓ। ਮੈਂ alpha 1 ਨੂੰ ਲੈਂਬਡਾ 1 ਬਾਏ μ1 ਲਿਖ ਸਕਦਾ ਹਾਂ। ਇਸ ਲਈ ਮੈਂ ਇਸ alpha 1 ਬਾਏ ਲੈਂਬਡਾ 1 ਬਾਏ μ1 ਨੂੰ ਰਿਪਲੇਸ ਕਰਦਾ ਹਾਂ,
ਤਾਂ ਇਹ ਮੈਨੂੰ x2 ਲੈਂਬਡਾ 2 ਅਤੇ x1 ਲੈਂਬਡਾ 1 ਦੇ ਵਿਚਕਾਰ ਰਿਲੇਸ਼ਨ ਦਿੰਦਾ ਹੈ ਅਤੇ ਇਹ ਹੁਣ ਮੈਟ੍ਰਿਕਸ ਫਾਰਮ ਵਿੱਚ ਲਿਖਿਆ ਹੈ। ਇਸ ਲਈ ਤੁਸੀਂ ਇਸ ਮੈਟ੍ਰਿਕਸ ਬਾਰੇ ਸੋਚ ਸਕਦੇ ਹੋ ਜੋ ਮੈਂ ਇੱਥੇ ਇੱਕ ਮੈਟ੍ਰਿਕਸ ਦੇ ਰੂਪ ਵਿੱਚ ਲਿਖਿਆ ਹੈ ਜੋ ਟਰਾਂਸਲੇਸ਼ਨ ਨੂੰ ਦਰਸਾਉਂਦਾ ਹੈ। ਇਸ ਲਈ ਇਹ ਪੁਆਇੰਟ ਤੋਂ ਇੱਕ ਕਿਰਨ ਦੇ ਟਰਾਂਸਲੇਸ਼ਨ ਨੂੰ ਦਰਸਾਉਂਦਾ ਹੈ, ਜਿਸ ਨੂੰ x1 ਲੈਂਬਡਾ 1 ਤੋਂ ਦੂਜੇ ਪੁਆਇੰਟ ਦੇ ਰੂਪ ਵਿੱਚ ਦਰਸਾਇਆ ਗਿਆ ਹੈ, ਜਿਸ ਨੂੰ x2 ਲੈਂਬਡਾ 2 ਦੇ ਰੂਪ ਵਿੱਚ ਵਰਣਨ ਕੀਤਾ ਗਿਆ ਹੈ। ਜੇ ਮੈਂ ਇਸ ਮੈਟ੍ਰਿਕਸ ਨੂੰ T1 ਕਹਿੰਦਾ ਹਾਂ, ਤਾਂ ਤੁਸੀਂ ਵੇਖੋਗੇ ਕਿ ਡਿਟਰਮੀਨੈਂਟ ਆਫ T1 ਖੁਦ ਇਕੁਅਲ ਟੂ 1 ਹੈ। ਇੱਥੇ ਮੇਰੇ ਕੋਲ ਇੱਕ ਰਿਫਰੈਕਟਿੰਗ ਸਰਫੇਸ ਹੈ ਜਿਵੇਂ ਕਿ ਮੈਂ ਬਲੈਕ ਲਾਈਨ ਵਿੱਚ ਦਿਖਾਇਆ ਹੈ ਅਤੇ ਰੈੱਡ ਲਾਈਨ ਐਕਸਿਸ ਨੂੰ ਦਰਸਾਉਂਦੀ ਹੈ। ਮੈਂ ਇਸ ਨੂੰ P ਦੁਆਰਾ ਉਹ ਪੁਆਇੰਟ ਮੰਨਦਾ ਹਾਂ ਜਿਸ ਤੇ ਕਿਰਨ ਦਾ ਰਿਫਰੈਕਸ਼ਨ ਹੁੰਦਾ ਹੈ। ਇਸ ਲਈ ਮੈਂ ਇਸ ਭਾਗ ਨੂੰ ਵੱਡਾ ਕਰਕੇ ਦਿਖਾਉਂਦਾ ਹਾਂ ਅਤੇ ਇੱਥੇ ਡਰਾ ਕਰਦਾ ਹਾਂ ਅਤੇ ਮੰਨ ਲਓ ਕਿ ਇਹ x-axis ਦੇ ਸਮਾਨਾਂਤਰ ਅਲਾਈਨ ਹੈ ਅਤੇ ਮੰਨ ਲਓ ਕਿ ਇਹ ਇਨਸੀਡੈਂਟ ਰੇ ਹੈ ਅਤੇ ਇਹ ਰਿਫਰੈਕਟਡ ਰੇ ਹੈ ਅਤੇ ਹੁਣ ਮੈਂ ਇਸ ਪੁਆਇੰਟ ਤੇ ਨੋਰਮਲ ਡਰਾ ਕਰਦਾ ਹਾਂ। ਇਸ ਲਈ ਸਾਡਾ ਉਦੇਸ਼ x1 ਲੈਂਬਡਾ 1 ਨੂੰ x2 ਲੈਂਬਡਾ 2 ਨਾਲ ਰਿਲੇਟ ਕਰਨਾ ਹੈ ਜਿਵੇਂ ਕਿ ਅਸੀਂ ਟਰਾਂਸਲੇਸ਼ਨ ਲਈ ਕੀਤਾ ਸੀ। ਅਸੀਂ ਇਹਨਾਂ ਸਾਰੇ ਐਂਗਲਸ ਦੀ ਵਰਤੋਂ ਕਰਕੇ ਰਿਫਰੈਕਸ਼ਨ ਲਈ ਅਜਿਹਾ ਕਰਨ ਜਾ ਰਹੇ ਹਾਂ। ਇਸ ਲਈ ਪੁਆਇੰਟ P ਤੇ ਸਾਨੂੰ ਜੋ ਕਰਨ ਦੀ ਲੋੜ ਹੈ ਉਹ ਇਹ ਹੈ ਕਿ ਰਿਫਰੈਕਸ਼ਨ ਦੇ ਨਿਯਮ ਦੀ ਵਰਤੋਂ ਕੀਤੀ ਜਾਵੇ ਐਟ ਪੁਆਇੰਟ P μ1 θ1 ਇਕੁਅਲ ਟੂ μ2 θ2 ਹੈ। ਇਸ ਲਈ ਯਾਦ ਰੱਖੋ ਕਿ ਅਸੀਂ ਇੱਕ ਮੀਡੀਅਮ ਤੋਂ ਦੂਜੇ ਮੀਡੀਅਮ ਵੱਲ ਜਾ ਰਹੇ ਹਾਂ ਤਾਂ ਇਹ ਮੀਡੀਅਮ μ1 ਹੋਵੇਗਾ ਅਤੇ ਰਾਈਟ ਹੈਂਡ ਸਾਈਡ ਇਹ ਮੀਡੀਅਮ μ2 ਹੈ। ਇਸ ਲਈ ਮੈਂ ਜੋ ਕੀਤਾ ਹੈ ਉਹ ਪੈਰਾਐਕਸੀਅਲ ਅਪਰੋਕਸੀਮੇਸ਼ਨ ਨੂੰ ਮੰਨਣਾ ਅਤੇ ਰਿਫਰੈਕਸ਼ਨ ਦਾ ਨਿਯਮ ਲਿਖਣਾ ਹੈ। μ1 θ1 ਇਕੁਅਲ ਟੂ μ2 θ2 ਹੈ। θ1 ਇਹ ਸਾਰਾ ਐਂਗਲ ਹੈ ਇੱਥੇ ਜੋ ਕਿ ਮੈਂ ਹੁਣ ਲਾਲ ਰੰਗ ਵਿੱਚ ਦਿਖਾ ਰਿਹਾ ਹਾਂ ਅਤੇ ਇਹ ਇਕੁਅਲ ਟੂ α1 ਪਲੱਸ φ1 ਹੈ। ਤਾਂ ਇਹ ਮੇਰੀ ਪਹਿਲੀ ਇਕੁਏਸ਼ਨ ਹੈ। θ1 φ1 ਪਲੱਸ α1 ਹੈ। ਇਸ ਦਾ ਇਹ ਪਤਾ ਲਗਾਉਣਾ ਆਸਾਨ ਹੈ ਕਿ θ2 ਕੇਵਲ φ1 ਪਲੱਸ α2 ਹੈ। ਇਸ ਲਈ ਮੇਰੇ ਕੋਲ θ1 ਅਤੇ θ2 ਲਈ ਇਹ ਦੋ ਇਕੁਏਸ਼ਨ ਹਨ। ਇੱਕ ਹੋਰ ਕੁਆਂਟੀਟੀ ਜੋ ਮੈਨੂੰ ਚਾਹੀਦੀ ਹੈ ਉਹ ਕਰਵੇਚਰ ਦਾ ਰੇਡੀਅਸ ਹੈ। ਤਾਂ ਮੈਨੂੰ ਇਸ ਨੂੰ ਇੱਥੇ ਵਾਪਸ ਵਧਾਉਣ ਦਿਓ। ਇਹ ਇੱਕ ਸਰਕਲ ਦੇ ਕੇਂਦਰ ਵਿੱਚ ਜਾਵੇਗਾ ਜਿਸ ਦਾ ਇਹ ਕਰਵਡ ਸਰਫੇਸ ਇੱਕ ਹਿੱਸਾ ਹੈ। ਇਸ ਲਈ ਇਹ ਮੇਰੇ ਲਈ ਕਰਵੇਚਰ r ਦੇ ਰੇਡੀਅਸ ਨੂੰ ਦਰਸਾਉਣ ਜਾ ਰਿਹਾ ਹੈ ਅਤੇ ਮੈਨੂੰ ਇਸ ਪੁਆਇੰਟ ਤੱਕ ਇੱਕ ਪਰਪੈਂਡੀਕਿਊਲਰ ਬਣਾਉਣ ਦਿਓ ਅਤੇ ਇਸ ਨੂੰ x ਦੇ ਤੌਰ ਤੇ ਮੰਨੋ। ਜੇ ਤੁਸੀਂ ਪੈਰਾਕਸੀਅਲ ਅਪਰੋਕਸੀਮੇਸ਼ਨ ਲੈਂਦੇ ਹੋ ਤਾਂ ਇੱਥੇ ਇਸ ਪੁਆਇੰਟ ਅਤੇ ਇੱਥੇ ਬੇਸ ਪੁਆਇੰਟ ਦੇ ਵਿਚਕਾਰ ਦਾ ਡਿਸਟੈਂਸ ਇੰਨਾ ਘੱਟ ਹੋਵੇਗਾ ਕਿ ਤੁਸੀਂ ਇਸ ਪਹਿਲੇ ਪੁਆਇੰਟ ਤੋਂ ਡਿਸਟੈਂਸ ਨੂੰ r ਦੇ ਰੂਪ ਵਿੱਚ ਦੇਖਣ ਲਈ ਲੈ ਸਕਦੇ ਹੋ। ਇਸ ਕੇਸ ਵਿੱਚ φ1 ਇਕੁਅਲ ਟੂ x ਬਾਏ r ਹੋਵੇਗਾ ਤਾਂ ਅਸੀਂ φ1 ਨੂੰ x ਬਾਏ r ਦੇ ਰੂਪ ਵਿੱਚ ਬਦਲ ਦਿੰਦੇ ਹਾਂ। ਜੇਕਰ ਮੈਂ ਅਜਿਹਾ ਕਰਦਾ ਹਾਂ ਤਾਂ ਮੈਨੂੰ ਹੇਠ ਲਿਖਿਆ ਰਿਲੇਸ਼ਨ ਮਿਲੇਗਾ। ਹੁਣ ਤੁਸੀਂ ਪਛਾਣ ਸਕਦੇ ਹੋ ਕਿ ਇਹ ਕੁਆਂਟੀਟੀ ਇੱਥੇ ਕੇਵਲ ਉਹੀ ਹੈ ਜਿਸ ਨੂੰ ਅਸੀਂ ਰਿਫਰੈਕਟਿੰਗ ਸਰਫੇਸ ਦੀ ਪਾਵਰ ਕਹਿ ਸਕਦੇ ਹਾਂ। ਜਿਸ ਕੇਸ ਵਿੱਚ ਮੈਂ ਇਸ ਨੂੰ ਇਸ ਤਰ੍ਹਾਂ ਲਿਖ ਸਕਦਾ ਹਾਂ ਜਿਵੇਂ ਕਿ ਜੇ ਤੁਹਾਨੂੰ ਉਹ ਰਿਲੇਸ਼ਨ ਯਾਦ ਹੈ ਜੋ ਸਾਨੂੰ ਟਰਾਂਸਲੇਸ਼ਨ ਲਈ ਮਿਲਿਆ ਸੀ ਤਾਂ ਤੁਸੀਂ ਵੇਖੋਗੇ ਕਿ ਅਸੀਂ ਲੈਂਬਡਾ 2 x2 ਨੂੰ ਲੈਂਬਡਾ 1 x1 ਨਾਲ ਸੰਬੰਧਿਤ ਕੀਤਾ ਹੈ। ਤਾਂ ਇਸ ਕੇਸ ਵਿੱਚ ਤੁਸੀਂ ਐਕਸਿਸ ਤੋਂ ਉਹ ਡਿਸਟੈਂਸ ਕਿਵੇਂ ਪ੍ਰਾਪਤ ਕਰਦੇ ਹੋ? ਇਸ ਲਈ ਇਸ ਚਿੱਤਰ ਤੇ ਵਾਪਸ ਜਾਓ ਜੋ ਅਸੀਂ ਰਿਫਰੈਕਸ਼ਨ ਲਈ ਬਣਾਇਆ ਸੀ। ਤੁਸੀਂ ਵੇਖੋਗੇ ਕਿ ਉਹਨਾਂ ਵਿੱਚੋਂ ਸਿਰਫ ਇੱਕ ਹੀ ਹੈ ਇਸ ਅਰਥ ਵਿੱਚ ਕਿ ਕੋਈ ਦੋ ਵੱਖ-ਵੱਖ ਵੈਲਿਊ ਨਹੀਂ ਹਨ, ਕੋਈ x1 ਅਤੇ x2 ਨਹੀਂ ਹਨ। ਇਸ ਦੀ ਬਜਾਏ ਜੋ ਸਾਡੇ ਕੋਲ ਹੈ ਉਹ ਰਿਫਰੈਕਸ਼ਨ ਦੇ ਪੁਆਇੰਟ ਤੇ ਹੈ। ਕੇਵਲ ਇੱਕ ਹੀ ਉਚਾਈ ਹੈ ਜਾਂ ਰੈੱਡ ਲਾਈਨ ਤੋਂ ਇੱਕ ਡਿਸਟੈਂਸ ਹੈ ਐਕਸਿਸ। ਤਾਂ ਇਸ ਦਾ ਮਤਲਬ ਇਹ ਹੈ ਕਿ ਇਸ ਕੇਸ ਵਿੱਚ x2 ਅਤੇ x1 ਬਿਲਕੁਲ ਇੱਕੋ ਜਿਹੇ ਹਨ। ਇਸ ਲਈ ਮੇਰੇ ਕੋਲ x2 ਆਪਣੇ ਆਪ ਵਿੱਚ x1 ਦੇ ਬਰਾਬਰ ਹੋਣ ਜਾ ਰਿਹਾ ਹੈ। ਇਸ ਲਈ ਹੁਣ ਮੇਰੇ ਕੋਲ ਰਿਫਰੈਕਸ਼ਨ ਲਈ ਇਹ ਮੈਟ੍ਰਿਕਸ ਫਾਰਮ ਹੈ। ਇਸ ਕਰਕੇ ਇਹ ਮੈਨੂੰ ਦੱਸਦਾ ਹੈ
ਜਿਵੇਂ ਕਿ ਜੇਕਰ ਮੈਂ ਕੋਈ ਰੇ ਚਾਲੂ ਕਰਦਾ ਹਾਂ, ਜਿਸ ਨੂੰ x1 ਲੈਂਬਡਾ 1 ਦੁਆਰਾ ਦਰਸਾਇਆ ਗਿਆ ਹੈ, ਰਿਫਰੈਕਸ਼ਨ ਤੋਂ ਬਾਅਦ ਇਸ ਨਾਲ ਕੀ ਵਾਪਰਦਾ ਹੈ? ਇਸ ਨੂੰ x2 ਲੈਂਬਡਾ 2 ਦੁਆਰਾ ਦਰਸਾਇਆ ਗਿਆ ਹੈ। ਅਤੇ ਉਹ ਕਿਵੇਂ ਸੰਬੰਧਿਤ ਹਨ? ਉਹ ਇਸ ਇਕੁਏਸ਼ਨ ਦੁਆਰਾ ਸੰਬੰਧਿਤ ਹਨ। ਖਾਸ ਤੌਰ ਤੇ ਇੱਥੇ ਮਹੱਤਵਪੂਰਨ ਭਾਗ ਇਹ ਮੈਟ੍ਰਿਕਸ ਹੈ ਜੋ ਤੁਹਾਨੂੰ ਰਿਫਰੈਕਸ਼ਨ ਦਾ ਪ੍ਰਭਾਵ ਦਿੰਦਾ ਹੈ। ਹੁਣ ਤੁਸੀਂ ਕਈ ਲੈਂਜ਼ਾਂ ਵਿੱਚ ਕਿਰਨਾਂ ਨੂੰ ਟਰੇਸ ਕਰ ਸਕਦੇ ਹੋ ਜੋ ਵੱਖ-ਵੱਖ ਤਰ੍ਹਾਂ ਦੀਆਂ ਸਰਫੇਸ ਨੂੰ ਰਿਫਰੈਕਟ ਕਰਦੇ ਹਨ, ਪਰ ਤੁਸੀਂ ਜਾਣਦੇ ਹੋ ਕਿ ਤੁਹਾਡੇ ਓਪਟੀਕਲ ਸਿਸਟਮ ਦੀ ਕੰਪਲੈਕਸਿਟੀ ਜੋ ਵੀ ਹੋਵੇ, ਇਹ ਜਾਂ ਤਾਂ ਟਰਾਂਸਲੇਸ਼ਨ ਜਾਂ ਰਿਫਰੈਕਸ਼ਨ ਹੈ। ਇਸ ਲਈ ਹੁਣ ਅਸੀਂ ਟਰਾਂਸਲੇਸ਼ਨ ਅਤੇ ਰਿਫਰੈਕਸ਼ਨ ਦੇ ਇਫੈਕਟ ਨੂੰ ਆਈਸੋਲੇਟ ਕਰ ਦਿੱਤਾ ਹੈ। ਇਸ ਲਈ ਮੈਨੂੰ ਸਿਰਫ ਇਹ ਦੇਖਣ ਦੀ ਲੋੜ ਹੈ ਕਿ ਉਹ ਕਿਸ ਸੀਕੁਐਂਸ ਵਿੱਚ ਟਰਾਂਸਲੇਸ਼ਨ ਅਤੇ ਰਿਫਰੈਕਸ਼ਨ ਕਰਦੇ ਹਨ ਅਤੇ ਉਚਿਤ ਮੈਟ੍ਰਿਸਿਜ਼ ਨੂੰ ਮਲਟੀਪਲਾਈ ਕਰਦੇ ਹਨ ਅਤੇ ਮੈਂ ਬਹੁਤ ਆਸਾਨੀ ਨਾਲ ਫਾਈਨਲ ਇਫੈਕਟ ਪ੍ਰਾਪਤ ਕਰ ਸਕਦਾ ਹਾਂ। ਜੇ ਮੈਂ ਇਸ ਮੈਟ੍ਰਿਕਸ ਨੂੰ S ਕਹਿੰਦਾ ਹਾਂ, ਤਾਂ ਇਸ ਕੇਸ ਵਿੱਚ ਵੀ ਡਿਟਰਮੀਨੈਂਟ ਆਫ S ਇੱਕ ਹੈ। ਜੋ ਹੁਣ ਬਚਿਆ ਹੈ, ਉਹ ਹੈ ਕੁਝ ਉਦਾਹਰਨਾਂ ਕਰਨੀਆਂ। ਅਤੇ ਅਸੀਂ ਅਗਲੇ ਮੋਡਿਊਲ ਵਿੱਚ ਉਦਾਹਰਨਾਂ ਦੇ ਨਾਲ ਅੱਗੇ ਜਾਰੀ ਰੱਖਾਂਗੇ।